ਤੁਸੀਂ ਵੇਖ ਰਹੇ ਹੋ ਵਰਲਡ ਨਿਊਜ਼ ਮੈਂ ਹਾਂ ਭੁਲੇਂਦਰ ਸਿੰਘ ਵਿਰਮਾਨੀ ਸਭ ਤੋਂ ਪਹਿਲਾਂ ਵੇਖਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਫਿਲਾਡੈਲਫੀਆ ਵਿੱਚ ਪੁਲਿਸ ਵੱਲੋਂ 27 ਸਾਲਾ ਗੈਰ ਗੋਰੇ ਵਿਅਕਤੀ ਦੀ ਗੋਲੀ ਮਾਰਨ ਕਾਰਨ ਹੋਈ ਮੌਤ ਤੋਂ ਬਾਅਦ ਸ਼ੁਰੂ ਹੋਏ ਹਿੰਸਕ ਪ੍ਰਦਰਸ਼ਨ ਕਈ ਲੋਕ ਕੀਤੇ ਗਏ ਗ੍ਰਿਫਤਾਰ जज एमी कोनी बैरेट ने अमेरिकी सुप्रीम कोर्ट की जज के रूप में चुकी 100 रिपब्लिकन बहुमत वाले सेनेट ने 48 के मुकाबले 52 वोट देके बैरेट के ना की पुष्टि टोरंटो के पियर्सन एयरपोर्ट पे फेडरल सेहत मंत्री पैटी हाशदू बिना मास्क के आए नजर पैटी हाशदू ने कहा सिर्फ खाना खाण ਲਈ ही उतारिया सी अपना मास्क ਅਤੇ ਓਨਟਾਰੀਓ ਖਾਲਸਾ ਦਰਬਾਰ ਵਿੱਚ ਭਾਈ ਖਾਲੜਾ ਦੀ ਸ਼ਹਾਦਤ ਨੂੰ ਬਿਆਨ ਕਰਦੀ ਕਿਤਾਬ ਹੋਈ ਰਿਲੀਜ਼ ਗੁਰਮੀਤ ਕੌਰ ਵੱਲੋਂ ਲਿਖੀ ਕਿਤਾਬ ਮਰਜੀਵੜਾ ਨੂੰ ਕੀਤਾ ਜਾ ਰਿਹਾ ਪਸੰਦ ਤੇ ਹੁਣ ਕਰਦੇ ਹਾਂ ਬੁਲੇਟਿਨ ਦਾ ਆਗਾਜ਼ ਅਮਰੀਕਾ ਦੇ ਫਿਲਾਡੈਲਫੀਆ ਵਿੱਚ ਪੁਲਿਸ ਨੇ 27 ਸਾਲਾ ਇੱਕ ਗੈਰ ਗੋਰੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ ਜੀ ਹਾਂ ਜਿਸ ਕਾਰਨ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਇਸ ਵਿਅਕਤੀ ਦੇ ਹੱਥ ਵਿੱਚ ਚਾਕੂ ਸੀ ਅਤੇ ਉਹ ਲਗਾਤਾਰ ਪੁਲਿਸ ਵੱਲ ਵੱਧ ਰਿਹਾ ਸੀ ਇਸ ਘਟਨਾ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਜਿਸ ਵਿੱਚ 30 ਅਧਿਕਾਰੀ ਜ਼ਖਮੀ ਹੋ ਗਏ ਨੇ ਅਤੇ ਫਿਰ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੇ ਹੱਥ ਵਿੱਚ ਹਥਿਆਰ ਮੌਜੂਦ ਹੈ ਇਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ ਉਹਨਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਨੂੰ ਕੌਬਸ ਕ੍ਰੀਕ ਇਲਾਕੇ ਵਿੱਚ ਬੁਲਾਇਆ ਗਿਆ ਸੀ ਜਿੱਥੇ ਕਿ ਹੱਥ ਵਿੱਚ ਚਾਕੂ ਫੜੇ ਵਾਲਟਰ ਵਾਲਿਸ ਨਾਲ ਅਧਿਕਾਰੀਆਂ ਦਾ ਆਮੋ ਸਾਹਮਣਾ ਹੋ ਗਿਆ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਵਾਲਿਸ ਨੂੰ ਚਾਕੂ ਸੁੱਟਣ ਲਈ ਵੀ ਕਿਹਾ ਸੀ ਪਰ ਉਹ ਲਗਾਤਾਰ ਉਹਨਾਂ ਵੱਲ ਵੱਧਦਾ ਰਿਹਾ ਜਿਸ ਤੋਂ ਬਾਅਦ ਦੋਵਾਂ ਅਧਿਕਾਰੀਆਂ ਨੇ ਗੋਲੀਆਂ ਚਲਾ ਦਿੱਤੀਆਂ ਇਸ ਤੋਂ ਬਾਅਦ ਪੀੜਤ ਨੂੰ ਪੁਲਿਸ ਗੱਡੀ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਇਸ ਘਟਨਾ ਤੋਂ ਬਾਅਦ ਵਿਰੋਧ ਵਿੱਚ ਸੈਂਕੜੇ ਲੋਕ ਸੜਕਾਂ ਤੇ ਵੀ ਉਤਰ ਆਏ ਪ੍ਰਦਰਸ਼ਨਕਾਰੀਆਂ ਤੇ ਫਿਰ ਪੁਲਿਸ ਵਿਚਾਲੇ ਗੱਲਬਾਤ ਲਗਾਤਾਰ ਹਿੰਸਕ ਹੁੰਦੀ ਚਲੀ ਗਈ ਪੁਲਿਸ ਦੀਆਂ ਗੱਡੀਆਂ ਤੇ ਫਿਰ ਕੂੜੇਦਾਨਾਂ ਨੂੰ ਅੱਗ ਲਗਾ ਦਿੱਤੀ ਗਈ ਉੱਥੇ ਪੁਲਿਸ ਭੀੜ ਨੂੰ ਕੰਟਰੋਲ ਕਰਨ ਲਈ ਲਗਾਤਾਰ ਜੂਝਦੀ ਦਿਖਾਈ ਦਿੱਤੀ As everyone is really sad by the death of the victim, and I think I share in mourning with the family. Anytime that happens is a tragedy for whatever reason, and I think we need to make sure that we follow up, find out what happened. I'm and my staff have been in constant communication since last night. With the folks in Philadelphia, and the hope is that doesn't escalate into anything more than the peaceful protests that I think this kind of situation brings. ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਇੱਕ ਹਫ਼ਤੇ ਪਹਿਲਾਂ ਜੱਜ ਐਮੀ ਕੋਨੀ ਬੈਰਟ ਨੇ ਅਮਰੀਕੀ ਸੁਪਰੀਮ ਕੋਰਟ ਦੀ ਜੱਜ ਦੇ ਰੂਪ ਵਿੱਚ ਵਾਈਟ ਹਾਊਸ ਵਿੱਚ ਸਹੁੰ ਚੁੱਕ ਲਈ ਹੈ ਜੀ ਹਾਂ ਜੱਜ ਬੈਰਟ ਨੇ ਰਾਸ਼ਟਰਪਤੀ ਟਰੰਪ ਦੀ ਹਾਜ਼ਰੀ ਵਿੱਚ ਸਹੁੰ ਚੁੱਕੀ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਨੇ ਉਹਨਾਂ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ ਇਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਜਿੱਤ ਵੀ ਮੰਨਿਆ ਜਾ ਰਿਹਾ ਹੈ ਜੀ ਹਾਂ ਰਿਪਬਲਿਕਨ ਬਹੁਮਤ ਵਾਲੇ ਸੈਨੇਟ ਨੇ 48 ਦੇ ਮੁਕਾਬਲੇ 52 ਵੋਟ ਦੇ ਕੇ ਬੈਰਟ ਦੇ ਨਾਂ ਦੀ ਪੁਸ਼ਟੀ ਕੀਤੀ ਹੈ ਜਸਟਿਸ ਕਲੈਰੈਂਸ ਥਾਮਸ ਨੇ ਵਾਈਟ ਹਾਊਸ ਦੇ ਸਾਊਥ ਲੌਨ ਵਿੱਚ ਖਾਸ ਸਮਾਗਮ ਵਿੱਚ ਬੈਰਟ ਨੂੰ ਸੰਵਿਧਾਨਕ ਸਹੁੰ ਚੁਕਾਈ ਟਰੰਪ ਇਸ ਦੌਰਾਨ ਉੱਥੇ ਮੌਜੂਦ ਰਹੇ ਸਹੁੰ ਲੈਣ ਤੋਂ ਬਾਅਦ ਬੈਰਟ ਨੇ ਕਿਹਾ ਕਿ ਉਹਨਾਂ ਨੂੰ ਬੇहद ਸਨਮਾਨਿਤ ਮਹਿਸੂਸ ਹੋ ਰਿਹਾ ਹੈ On this October evening, the First Lady and I welcome you to the White House to bear witness to history. In a few moments, we will proudly swear in the newest member of the United States Supreme Court, Justice Amy Coney Barrett. She is one of our nation's most brilliant legal scholars, and she will make an outstanding justice on the highest court in our land. The American people have been profoundly impressed to learn of her achievements, her compassion, her generosity, her faith, and her sterling character. Justice Barrett made clear she will issue rulings based solely upon a faithful reading of the law and the Constitution as written, not legislate from the bench. Justice Barrett, as you take your oath tonight, the legacy of our ancestors falls to you. The American people put their trust in you and their faith in you as you take up the task of defending our laws, our Constitution, and this country that we all love. Thank you, President Trump, for selecting me to serve as an Associate Justice of the United States Supreme Court. It's a privilege to be asked to serve my country in this office, and I stand here tonight truly honored and humbled. Thanks also to the Senate
for giving its consent to my appointment. I am grateful for the confidence you have expressed in me, and I pledge to you and to the American people that I will discharge my duties to the very best of my ability. This was a rigorous confirmation process, and I thank all of you, especially Leader McConnell and Chairman Graham, for helping me to navigate it. My heartfelt thanks go to the members of the White House staff and Department of Justice who worked tirelessly to support me through this process. Your stamina is remarkable, and I have been the beneficiary of it. पंजाबी ਅਤੇ ਭਾਰਤੀ ਭਾਈਚਾਰੇ ਵੱਲੋਂ ਕੈਨੇਡਾ ਵਿੱਚ ਆਪਣੀ ਮਿਹਨਤ ਸਦਕਾ ਅਥਾਹ ਤਰੱਕੀ ਕੀਤੀ ਗਈ ਹੈ ਪਰ ਕੁਝ ਭਾਰਤੀ ਮੂਲ ਦੇ ਨੌਜਵਾਨ ਬੁਰੀ ਸੰਗਤ ਵਿੱਚ ਵੀ ਫਸੇ ਨਜ਼ਰ ਆ ਰਹੇ ਨੇ। ਜੀ ਹਾਂ, ਪੀਲ ਪੁਲਿਸ ਵੱਲੋਂ ਬ੍ਰਾਂਪਟਨ ਦੇ ਦੋ ਵਸਨੀਕਾਂ 25 ਸਾਲਾਂ ਦੇ ਮਨਜੋਤ ਸਿੰਘ ਅਤੇ 20 ਸਾਲਾਂ ਦੇ ਸ਼ਿਵਮ ਮਿਗਲਾਨੀ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ, ਜਿਨ੍ਹਾਂ ਤੇ ਐਤਵਾਰ ਦੁਪਹਿਰੇ ਬ੍ਰਾਂਪਟਨ ਦੇ ਪੱਛਮੀ ਇਲਾਕੇ ਵਿੱਚ ਇੱਕ ਪੈਟਰੋਲ ਪੰਪ ਦੀ ਪਾਰਕਿੰਗ ਵਿੱਚ ਦਿਨ ਦਿਹਾੜੇ ਚਾਕੂ ਦੀ ਨੋਕ ਤੇ ਕੁੱਟਮਾਰ ਕਰਨ ਅਤੇ ਨਾਲ ਹੀ ਕਾਰ ਖੋਹਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਦੋਵਾਂ ਮੁਲਜ਼ਮਾਂ ਨੂੰ ਬੀਤੇ ਦਿਨੀ ਬ੍ਰਾਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਵੱਲੋਂ ਹੁਣ ਦੋਸ਼ੀਆਂ ਤੋਂ ਇਸ ਮਾਮਲੇ ਵਿੱਚ ਪੁੱਛ ਪੜਤਾਲ ਜ਼ਰੂਰ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਯਾਰਕ ਸੈਂਟਰ ਹਲਕੇ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਮੈਦਾਨ ਕਾਫੀ ਭਖਿਆ ਹੋਇਆ ਸੀ ਅਤੇ ਫਿਰ ਸਭ ਸਿਆਸੀ ਧਿਰਾਂ ਵੱਲੋਂ ਜ਼ੋਰ ਅਜ਼ਮਾਇਸ਼ ਵੀ ਕੀਤੀ ਗਈ। ਜ਼ਿਮਨੀ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਹੁਣ ਉਮੀਦਵਾਰ ਜੇਤੂ ਐਲਾਨ ਦਿੱਤੇ ਗਏ ਨੇ। ਟੋਰਾਂਟੋ ਸੈਂਟਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਮਰਸੀ ਦਾ ਗ੍ਰੀਨ ਪਾਰਟੀ ਦੇ ਇਨਾਮੀ ਬॉल ਨਾਲ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ। ਮਰਸੀ 2329 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਥੇ ਯਾਰਕ ਸੈਂਟਰ ਦੀ ਗੱਲ ਕਰੀਏ ਤਾਂ ਇੱਥੋਂ ਲਿਬਰਲ ਦੇ ਯਾਰਾ ਸੌਕਸ ਨੇ ਕੰਜ਼ਰਵੇਟਿਵ ਉਮੀਦਵਾਰ ਜੂਲੀਅਸ ਨੂੰ ਮਹਿਜ਼ 701 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਦੋਵਾਂ ਹਲਕਿਆਂ ਵਿੱਚ ਬੇਸ਼ੱਕ ਸੱਤਾਧਾਰੀ ਲਿਬਰਲ ਪਾਰਟੀ ਦੀ ਵੋਟ ਫੀਸਦੀ ਪਿਛਲੀਆਂ ਫੈਡਰਲ ਚੋਣਾਂ ਤੋਂ ਘਟੀ ਹੈ, ਪਰ ਦੋਵੇਂ ਸੀਟਾਂ ਜਿੱਤਣ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫਿਰ ਉਹਨਾਂ ਦੀ ਪਾਰਟੀ ਲੀਡਰਸ਼ਿਪ ਦੇ ਹੌਸਲੇ ਜ਼ਰੂਰ ਬੁਲੰਦ ਵਿਖਾਈ ਦੇ ਰਹੇ ਨੇ। ontario ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਜਦੋਂ ਤੋਂ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ ਹੈ ਉਸ ਸਮੇਂ ਤੋਂ ਹੀ ਪ੍ਰੋਵਿੰਸ ਸਰਕਾਰ ਵੱਲੋਂ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਫੰਡਿੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਤੋਂ ontario ਐਕਸ਼ਨ ਪਲਾਨ ਦੀ ਸ਼ੁਰੂਆਤ ਹੋਈ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਤਕਰੀਬਨ $7.7 ਬਿਲੀਅਨ ਦਾ ਖਰਚ ਹੈਲਥ ਕੇਅਰ ਲਈ ਹੀ ਕੀਤਾ, ਜਿਸ ਦੇ ਰਾਹੀਂ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਰਹਿਣ ਦੀ ਸਮਰੱਥਾ ਵੀ ਵਧਾਈ ਗਈ। ਨਾਲ ਹੀ ਫਰੰਟ ਲਾਈਨ ਵਰਕਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਅਤੇ ਫਿਰ ਸਕੂਲਾਂ ਨੂੰ ਸੁਰੱਖਿਅਤ ਖੋਲ੍ਹਣ ਲਈ ਸਿਹਤ ਦੇ ਮਾਪਦੰਡ ਅਪਣਾਏ ਗਏ। We have to protect people, and we have to protect their livelihoods. And the best way we can protect our economy is protecting people and keeping this virus contained. When this crisis hit, we had to act quickly. We provided unprecedented funding for healthcare. We invested $7.7 billion alone this year since launching Ontario's action plan in March. That's $7.7 billion to support our frontline healthcare heroes, increase hospital bed capacity, open schools safely, and protect our seniors. We're also there for Ontario businesses, families, and workers who felt the impacts of this terrible virus. We provided $11 billion to support people and jobs. We put $200 per child, $250 per child with special needs in the pockets of over 1.5 million Ontario families. 194,000 low-income seniors across Ontario saw their guaranteed annual income system payments doubled. We provided $176 million in savings by offering discounted off-peak electricity pricing 24/7 until May for families, small businesses, and farms. ਉਦੋਂ ontario ਦੇ ਵਿੱਤ ਮੰਤਰੀ ਰੌਡ ਫਿਲਿਪਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੁਰੱਖਿਅਤ ਰੱਖਣ ਤੋਂ ਮਹੱਤਵਪੂਰਨ ਨਾ ਤਾਂ ਪਹਿਲਾਂ ਕੁਝ ਸੀ ਅਤੇ ਨਾ ਹੀ ਹੁਣ ਕੁਝ ਮਹੱਤਵਪੂਰਨ ਹੈ। ਉਹਨਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੀ ਆਮਦ ਨਾਲ ਐਮਰਜੈਂਸੀ ਵਰਗੇ ਹਾਲਾਤ ਜ਼ਰੂਰ ਬਣ ਗਏ ਨੇ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਲ 2020 ਲਈ ਬਜਟ 5 ਨਵੰਬਰ ਨੂੰ ਜਾਰੀ ਕਰੇਗੀ ਅਤੇ ਨਾਲ ਹੀ ਸਰਕਾਰ ਦਾ ਬਜਟ ਵੀ COVID-19 ਦੇ ਬਹੁਤ ਸਾਰੇ ਪਹਿਲੂਆਂ ਤੇ ਕੇਂਦਰਿਤ ਹੋਏਗਾ। When the first wave of COVID-19 started back in March, Premier Ford made it clear that our government would do whatever it takes to protect the people of Ontario and support them through this challenging period. Nothing was more important then, and nothing is more important now. Back in mid-March, as the global health crisis took hold and a state of emergency was declared, it was clear that there was too much uncertainty to put forward a full multi-year budget as we had intended. But it was still important for our government that we remain transparent and accountable to our citizens.
That is why Ontario, unique among governments in Canada, presented a one-year economic and fiscal update at the beginning of the pandemic. As we reported in the first quarter finances, this plan makes $30 billion available in response to COVID-19, and it is a model that has been followed by governments across Canada since then. Back on March 25th, we committed to putting forward a multi-year budget by November 15th, and we will keep that promise. On Thursday, November 5th, I will release the next phase of Ontario's action plan. It will be a 3-year budget that will build on our government's $30 billion response to COVID-19. We will get back on the traditional budget calendar with another multi-year budget update by the end of March 2021 that outlines a plan to return Ontario to a fiscally sustainable path. Ontario ਦੀਆਂ ਸਭ ਤੋਂ ਵੱਡੀਆਂ ਮਿਊਨਿਸਪੈਲਿਟੀਜ਼ ਵੱਲੋਂ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਕੋਲੋਂ ਇਨਫਰਾਸਟ੍ਰਕਚਰ ਪ੍ਰੋਜੈਕਟਸ ਲਈ ਫੌਰੀ ਤੌਰ ਤੇ ਫੰਡਾਂ ਵਿੱਚ ਵਾਧਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਜੀ ਹਾਂ, ਮਿਊਨਿਸਪੈਲਿਟੀਜ਼ ਦਾ ਕਹਿਣਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਆਰਥਿਕ ਰਿਕਵਰੀ ਨੂੰ ਹੁਲਾਰਾ ਦੇਣ ਲਈ ਉਹਨਾਂ ਨੂੰ ਮਦਦ ਦੀ ਦਰਕਾਰ ਹੈ। ਪ੍ਰੋਵਿੰਸ ਦੇ ਸਭ ਤੋਂ ਵੱਡੇ ਸਿਟੀਜ਼ ਦੇ ਮੇਅਰਜ਼ ਦਾ ਕਹਿਣਾ ਹੈ ਕਿ ਗਲੋਬਲ ਹੈਲਥ ਸੰਕਟ ਨੇ ਆਮਦਨ ਵਿੱਚ ਕਮੀ ਲਿਆਉਂਦੀ ਹੈ ਅਤੇ ਨਾਲ ਹੀ ਇਸ ਲਈ ਮਿਊਨਿਸਪੈਲਿਟੀਜ਼ ਲਈ ਬੁਨਿਆਦੀ ਢਾਂਚੇ ਨਾਲ ਜੁੜੇ ਅਹਿਮ ਹਿੱਸਿਆਂ ਦੀ ਮੁਰੰਮਤ ਕਰਵਾਉਣਾ ਵੀ ਔਖਾ ਹੋ ਚੱਲਿਆ। Ontario ਦੇ ਮੇਅਰ ਤੇ Ontario ਦੇ ਬਿਗ ਸਿਟੀ ਮੇਅਰਸ ਆਰਗੇਨਾਈਜੇਸ਼ਨਸ ਦੇ ਚੇਅਰ ਦਾ ਕਹਿਣਾ ਹੈ ਕਿ ਇਸ ਸਮੇਂ ਲੋੜ ਦੇ ਹਿਸਾਬ ਨਾਲ ਫੰਡਿੰਗ ਹਾਸਲ ਨਹੀਂ ਹੋ ਰਹੀ। ਉਹਨਾਂ ਇਹ ਵੀ ਦੱਸਿਆ ਕਿ ਆਰਥਿਕ ਮਦਦ ਕੀਤੀ ਜਾਏ ਤਾਂ ਜੋ ਲੋਕਾਂ ਨੂੰ ਕੰਮ ਤੇ ਵਾਪਸ ਬੁਲਾਇਆ ਜਾ ਸਕੇ। Ontario ਦੇ ਬਿਗ ਸਿਟੀ ਮੇਅਰਸ ਵੱਲੋਂ ਇਹ ਮੁੱਦਾ ਫੈਡਰਲ ਤੇ ਪ੍ਰੋਵਿੰਸ਼ੀਅਲ ਇਨਫਰਾਸਟ੍ਰਕਚਰ ਮੰਤਰੀਆਂ ਕੋਲ 15 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਚੁੱਕਿਆ ਗਿਆ ਸੀ। ਨਾਲ ਹੀ ਉਹਨਾਂ ਵੱਲੋਂ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਮਿਊਨਿਸਪਲ ਇਨਫਰਾਸਟ੍ਰਕਚਰ ਨੂੰ ਫੌਰੀ ਤੌਰ ਤੇ ਆਰਥਿਕ ਮਦਦ ਦੇਣ ਦੀ ਅਪੀਲ ਵੀ ਕੀਤੀ ਗਈ ਸੀ। ਟੋਰਾਂਟੋ ਦੇ ਮੇਅਰ ਜੌਨ ਟੋਰੀ ਵੱਲੋਂ ਵੀ ਗੁਥਾਰੀ ਦੀਆਂ ਟਿੱਪਣੀਆਂ ਦੀ ਹਿਮਾਇਤ ਜ਼ਰੂਰ ਕੀਤੀ ਗਈ ਹੈ। ਬਰੈਂਪਟਨ ਸੌਕਰ ਸੈਂਟਰ ਵਿੱਚ ਨੌਜਵਾਨਾਂ ਤੇ ਬੱਚਿਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਸਪ੍ਰਿੰਗਡੇਲ ਖੇਤਰ ਵਿੱਚ 1495 ਸੈਂਡਲਵੁੱਡ ਪਾਰਕਵੇ ਈਸਟ ਵਿਖੇ ਸਥਿਤ ਸੌਕਰ ਸੈਂਟਰ ਦਾ ਨਾਮ ਹੁਣ 15 ਸਾਲਾਂ ਲਈ ਸੇਵ ਮੈਕਸ ਸਪੋਰਟਸ ਸੈਂਟਰ ਰੱਖਿਆ ਜਾ ਰਿਹਾ ਹੈ। ਜੀ ਹਾਂ, ਸੇਵ ਮੈਕਸ ਰੀਅਲ ਏਸਟੇਟ ਇੰਕ ਵੱਲੋਂ ਸਪਾਂਸਰਸ਼ਿਪ ਸਮਝੌਤੇ ਦੇ ਤਹਿਤ ਸ਼ਹਿਰ ਨੂੰ $25,12,500 ਦੇਣ ਦਾ ਇਕਰਾਰ ਕੀਤਾ ਗਿਆ। ਕਾਬਿਲ ਗੌਰ ਹੈ ਕਿ ਬਰੈਂਪਟਨ ਸੌਕਰ ਸੈਂਟਰ ਵਿੱਚ ਹਰ ਮਹੀਨੇ ਤਕਰੀਬਨ 75,000 ਤੱਕ ਲੋਕਾਂ ਦੀ ਆਵਾਜਾਈ ਵੇਖੀ ਜਾਂਦੀ ਹੈ। ਟੋਰਾਂਟੋ ਵਿੱਚ ਪੀਅਰਸਨ 에ਅਰਪੋਰਟ ਤੇ ਬਿਨਾਂ ਮਾਸਕ ਦੇ ਨਜ਼ਰ ਆਉਣ ਤੋਂ ਬਾਅਦ ਫੈਡਰਲ ਸਿਹਤ ਮੰਤਰੀ ਪੈਟੀ ਹਾਜਦੂ ਨੇ ਸਫਾਈ ਦਿੰਦਿਆਂ ਕਿਹਾ ਕਿ ਉਹਨਾਂ ਨੇ ਸਿਰਫ ਖਾਣਾ ਖਾਣ ਲਈ ਹੀ ਆਪਣਾ ਮਾਸਕ ਉਤਾਰਿਆ ਸੀ। ਜ਼ਿਕਰਯੋਗ ਹੈ ਕਿ ਹਾਜਦੂ ਦੀ ਬਿਨਾਂ ਮਾਸਕ ਵਾਲੀ ਇੱਕ ਪੋਸਟ ਐਲਬਰਟਾ ਦੇ ਐਡਵਾਂਸ ਐਜੂਕੇਸ਼ਨ ਮੰਤਰੀ ਦੇ ਅਖੌਤੀ ਸਹਾਇਕ ਵੱਲੋਂ ਟਵਿੱਟਰ ਤੇ ਪਾਈ ਗਈ ਸੀ। ਇਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਹਾਜਦੂ 에ਅਰਪੋਰਟ ਦੀ ਕੁਰਸੀ ਤੇ ਬੈਠੇ ਨੇ ਅਤੇ ਉਹਨਾਂ ਕੋਲ ਸਮਾਨ ਵੀ ਪਿਆ ਅਤੇ ਉਹ ਜਾਂ ਤਾਂ ਗੱਲ ਕਰ ਰਹੇ ਨੇ ਅਤੇ ਜਾਂ ਫਿਰ ਮੁਸਕਰਾ ਵੀ ਰਹੇ ਨੇ। ਹਾਜਦੂ ਵੱਲੋਂ ਦਿੱਤੇ ਗਏ ਜਵਾਬ ਮੁਤਾਬਕ ਉਹਨਾਂ ਵੱਲੋਂ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਗਈ ਹੈ, ਪਰ ਜਦਕਿ ਦੂਜੇ ਪਾਸੇ ਇਲਜ਼ਾਮ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਕੋਲ ਖਾਣ ਪੀਣ ਦਾ ਕੋਈ ਸਮਾਨ ਮੌਜੂਦ ਹੀ ਨਹੀਂ ਸੀ। ਹਾਲਾਂਕਿ ਇੱਕ ਪੇਪਰ ਬੈਗ ਕੈਮਰੇ ਤੋਂ ਦੂਰ ਹਾਜਦੂ ਦੇ ਇੱਕ ਪਾਸੇ ਤੇ ਨਜ਼ਰ ਜ਼ਰੂਰ ਆ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਜੁਲਾਈ ਵਿੱਚ ਵੀ ਵੇਖੀ ਗਈ ਸੀ ਅਤੇ ਫਿਰ ਉਸ ਸਮੇਂ ਤਤਕਾਲੀ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਤੇ ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪਲਾਲਿਸਟਰ ਵੀ ਪੀਅਰਸਨ 에ਅਰਪੋਰਟ ਤੇ ਮਾਸਕ ਤੋਂ ਬਿਨਾਂ ਡਿਪਾਰਚਰ ਏਰੀਆ ਵਿੱਚ ਗੱਲਾਂ ਕਰਦੇ ਵਿਖਾਈ ਦਿੱਤੇ ਸਨ, ਜਦਕਿ ਫਿਰ ਬਾਅਦ ਵਿੱਚ ਪੈਲਿਸਟਰ ਵੱਲੋਂ ਮਾਫੀ ਜ਼ਰੂਰ ਮੰਗ ਲਈ ਗਈ ਸੀ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਇੱਕ ਅਦੁੱਤੀ ਸ਼ਹਾਦਤ ਹੈ। ਜੀ ਹਾਂ, 25,000 ਲਵਾਰਸ ਲਾਸ਼ਾਂ ਦਾ ਵਾਰਸ ਇੱਕ ਦਿਨ ਖੁਦ ਹੀ ਲਾਸ਼ ਹੋ ਨਿਬੜਿਆ। ਅਨੇਕਾਂ ਕੌਮ ਦਰਦੀਆਂ ਨੇ ਇਸ ਸਿੱਖ ਜਰਨੈਲ ਦੀ ਜੀਵਨੀ ਬਾਰੇ ਕਿਤਾਬਾਂ ਜ਼ਰੂਰ ਲਿਖੀਆਂ ਨੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਯੋਧਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਏ। ਭਾਈ ਖਾਲੜਾ ਦੀ ਅਦੁੱਤੀ ਸ਼ਹਾਦਤ ਨੂੰ ਬਿਆਨ ਕਰਦੀ ਇੱਕ ਹੋਰ ਖਾਸ ਕਿਤਾਬ ਮਰਜੀਵੜਾ ਓਨਟਾਰੀਓ ਖਾਲਸਾ ਦਰਬਾਰ ਵਿੱਚ ਰਿਲੀਜ਼ ਕੀਤੀ ਗਈ। ਗੌਰਤਲਬ ਹੈ ਕਿ ਬੱਚਿਆਂ ਬਾਰੇ ਅਨੇਕਾਂ ਕਿਤਾਬਾਂ ਦੇ ਰਚੇਤਾ ਗੁਰਮੀਤ ਕੌਰ ਵੱਲੋਂ ਇਹ ਕਿਤਾਬ ਲਿਖੀ ਗਈ ਹੈ। ਓਨਟਾਰੀਓ ਖਾਲਸਾ ਦਰਬਾਰ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਪਲ ਅਤੇ ਸਕੱਤਰ ਭੁਪਿੰਦਰ ਸਿੰਘ ਵੱਲੋਂ ਭਾਈ ਖਾਲੜਾ ਦੀ ਸ਼ਹਾਦਤ ਤੇ ਚਾਨਣਾ ਵੀ ਪਾਇਆ ਗਿਆ। ਅੱਜ ਬੜਾ ਵਡਭਾਗਾ ਦਿਨ ਮੈਂ ਕਹਿੰਦਾ, ਕਿਉਂਕਿ ਐਸੇ ਹਾਲ ਦੇ ਵਿੱਚ ਜਿੱਥੇ ਬੁੱਕ ਰਿਲੀਜ਼ ਕੀਤੀ ਆ 25 ਸਾਲ ਤੇ ਕੁਝ ਮਹੀਨੇ ਪਹਿਲਾਂ ਸਰਦਾਰ ਜਸਵੰਤ ਸਿੰਘ ਖਾਲੜਾ ਇਸੇ ਸਟੇਜ ਤੇ ਬੋਲ ਕੇ ਗਏ ਸੀ ਤੇ ਅੱਜ ਸਾਨੂੰ ਇੰਨਾ ਮਾਣ ਮਹਿਸੂਸ ਹੋ ਰਿਹਾ ਸੀ ਵੀ ਸਾਡੀ ਭੈਣ ਗੁਰਮੀਤ ਕੌਰ ਨੇ ਜਿਹੜੀ ਬੁੱਕ ਲਿਖੀ ਔਰ ਰਿਲੀਜ਼ ਕੀਤੀ। ਅੱਜ ਆਪਾਂ ਸਾਰੀ ਸੰਗਤ ਦੇ ਬਿਹਾਫ ਤੇ ਇੰਟੀਰੀਅਰ ਆਪਣੇ ਗੁਰਦੁਆਰਾ ਖਾਲਸਾ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ ਬੜਾ ਮਨ ਖੁਸ਼ ਹੈ। ਬੁੱਕ ਆਈ ਹਲੇ ਸਾਰੀ ਪੜ੍ਹੀ ਨਹੀਂ, ਪਰ ਥੋੜ੍ਹੇ ਜਿਹੇ ਵਰਕੇ ਪੜ੍ਹੇ ਸੀਗੇ। ਉਹਦੇ ਵਿੱਚ ਜੋ ਸੰਨ 47 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਜੋ ਉਹਨਾਂ ਬਹੁਤ ਸੱਚੇ ਸ਼ਬਦਾਂ 'ਚ ਲਿਖਿਆ ਤੇ ਭੈਣ ਜੀ ਨੂੰ ਵਧਾਈ ਦੇ ਹੱਕਦਾਰ ਹੈ। ਤੇ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਬੁੱਕ ਇੰਗਲਿਸ਼ ਦੇ ਵਿੱਚ ਵੀ ਹੈ, ਪੰਜਾਬੀ ਦੇ ਵਿੱਚ ਵੀ ਹੈ। ਜੇ ਕਿਸੇ ਨੇ ਵੀ ਲੈਣੀ ਹੋਵੇ ਡਿਕਸੀ ਗੁਰਦੁਆਰਾ ਸਾਹਿਬ ਆ ਕੇ ਕਾਂਟੈਕਟ ਕਰ ਸਕਦੇ ਹੋ, ਜਿੱਥੇ ਆਪਾਂ ਸਿੱਧਾ ਖੜ੍ਹਦੇ ਉੱਥੇ ਲਾਇਬ੍ਰੇਰੀ ਦੇ ਵਿੱਚ ਪਈ ਆ। ਇਸ ਬੁੱਕ ਦੀ ਸਿਰਫ ਜੋ ਕੀਮਤ ਹੈ $20 ਆ। ਇਹ ਬੁੱਕ ਇੱਕ ਇਤਿਹਾਸ ਆ, ਜ਼ਰੂਰ ਲੈਣੀ ਚਾਹੀਦੀ ਆ। ਭਾਈ ਜਸਵੰਤ ਸਿੰਘ ਜੀ ਖਾਲੜਾ
ਆਪਾਂ ਤਕਰੀਬਨ ਸਾਰੇ ਹੀ ਜਾਣਦੇ ਆ ਜੋ ਸਿੱਖਾਂ ਦੇ ਨਾਲ ਵਧੀਕੀਆਂ ਹੋ ਰਹੀਆਂ ਨੇ, ਜੋ ਸਿੱਖ ਸੰਘਰਸ਼ ਦੇ ਵਿੱਚ ਉਹਨਾਂ ਨੇ ਜਿਹੜੇ ਸਾਡੇ ਅਨਮੋਲ ਰਤਨ ਸੀ ਜਿਹੜੇ ਕੋਹ ਕੇ ਮਾਰੇ ਗਏ ਨੇ, ਉਹਨਾਂ ਦੀ ਜਾਣਕਾਰੀ ਇਕੱਠੀ ਕੀਤੀ। ਜਾਣਕਾਰੀ ਇਕੱਠੀ ਕਰਦਿਆਂ ਦੁਸ਼ਮਣਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗ ਗਏ ਤਾਂ ਉਹਨਾਂ ਨੂੰ ਵੀ ਉਹੋ ਹੀ ਲਾਸ਼ ਬਣਾ ਦਿੱਤਾ ਗਿਆ। ਉਹਨਾਂ 'ਤੇ ਬੜਾ ਕੁਛ ਲਿਖਿਆ ਗਿਆ, ਬੜਾ ਕੰਮ ਹੋਇਆ। ਅਤੇ ਸਾਡੇ ਭੈਣ ਜੀ ਜਿਹੜੇ ਪਹਿਲਾਂ ਅਮਰੀਕਾ ਦੇ ਵਿੱਚ ਰਹਿੰਦੇ ਸੀ, ਅੱਜ ਕੱਲ੍ਹ ਓਕਵਿਲ ontario ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਇਹਨਾਂ ਨੇ ਬੁੱਕ ਲਿਖੀ ਆ ਜਸਵੰਤ ਸਿੰਘ ਜੀ ਖਾਲੜਾ। ਉਹਦੇ ਵਿੱਚ ਬੜੀ ਅਣਮੁੱਲੀ ਜਾਣਕਾਰੀ ਆ। ਹਜੇ ਮੈਨੂੰ ਪੂਰੀ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਵਿੱਚੋਂ ਜਿੰਨੀ ਕੁ ਮੈਂ ਵੇਖੀ ਆ। ਅਤੇ ਭੈਣ ਜੀ ਦੇ ਜਿਹੜੇ ਹੋਰ ਵੀ ਕੰਮ ਨੇ, ਜਿਵੇਂ ਬੱਚਿਆਂ 'ਤੇ ਕਿਤਾਬਾਂ ਲਿਖਦੇ ਨੇ, ਸੋ ਉੱਥੇ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਬੁੱਕ ਜਿਹੜੀ ਇੱਕ ਬੜੀ ਹੀ ਵਧੀਆ ਜਾਣਕਾਰੀ ਹੋਵੇਗੀ ਅਤੇ ਤੁਸੀਂ ਜ਼ਰੂਰ ਇਹਨੂੰ ਲੈ ਕੇ ਪੜ੍ਹੋ। ਅਸੀਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਸਿੱਖ ਸਪਿਰਿਚੁਅਲ ਸੈਂਟਰ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ ontario ਵੱਲੋਂ ਸਾਰੀ ਸਿੱਖ ਕੌਮ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਇਹ ਬੁੱਕ ਆ, ਤੁਸੀਂ ਜ਼ਰੂਰ ਇਹਨੂੰ ਲੈ ਕੇ ਪੜ੍ਹੋ ਤਾਂ ਕਿ ਸਾਨੂੰ ਆਪਣੇ ਇਤਿਹਾਸ ਦੀ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਹੋ ਸਕੇ ਅਤੇ ਉਸ ਇਤਿਹਾਸ ਨੂੰ ਅਸੀਂ ਆਪਣੇ ਦਿਲਾਂ ਦੇ ਵਿੱਚ ਜਿੰਦਾ ਰੱਖ ਸਕੀਏ। ਗੁਰਦੁਆਰਾ ontario ਖਾਲਸਾ ਦਰਬਾਰ ਵਿੱਚ ਅਸੀਂ ਇਕੱਠੇ ਹੋਏ ਸੀ ਕਿ ਮੇਰੀ ਨਵੀਂ ਕਿਤਾਬ ਮਰਜੀਵੜਾ ਸਰਦਾਰ ਜਸਵੰਤ ਸਿੰਘ ਖਾਲੜਾ, ਦ ਵੈਲੀਐਂਟ ਸਰਦਾਰ ਜਸਵੰਤ ਸਿੰਘ ਖਾਲੜਾ ਅੱਜ ਰਿਲੀਜ਼ ਕੀਤੀ ਹੈ। ਇਹ ਅੱਜ ਉਸੇ ਮੁਕਾਮ 'ਤੇ ਇਹ ਕਿਤਾਬ ਰਿਲੀਜ਼ ਕੀਤੀ ਗਈ ਜਿੱਥੇ 25 ਸਾਲ ਪਹਿਲਾਂ ਉਹਨਾਂ ਨੇ ਖੜੇ ਹੋ ਕੇ ਆਪਣੀ ਤਕਰੀਰ ਐਸੀ ਥਾਂ 'ਤੇ ਤਕਰੀਰ ਦਿੱਤੀ ਸੀ ਔਰ ਜਿਹੜੀ ਤਕਰੀਰ ਇੰਨੀ ਮਸ਼ਹੂਰ ਹੋਈ ਕਿ ਦੁਨੀਆ ਦੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲੇ ਸਾਰਿਆਂ ਦੇ ਮਨ ਵਿੱਚ ਉਹ ਅੱਜ ਵਸੀ ਹੋਈ ਹੈ। ਉੱਥੇ ਅੱਜ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਆ। ਉਹਨਾਂ ਦੀ 25ਵੀਂ ਡਿਸਅਪੀਅਰੈਂਸ ਐਨੀਵਰਸਰੀ 'ਤੇ ਇਹ ਕਿਤਾਬ ਰਿਲੀਜ਼ ਕੀਤੀ ਹੈ। ਇਸ ਕਿਤਾਬ ਵਿੱਚ ਮੈਂ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਬਚਪਨ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਦਾ ਸਫ਼ਰ ਬਿਆਨ ਕੀਤਾ ਹੈ। ਨਾ ਹੀ ਉਹਨਾਂ ਦੀ ਜੀਵਨੀ ਔਰ ਜੀਵਨ ਗਾਥਾ, ਪਰ ਉਹਦੀ ਪਿੱਠ ਭੂਮੀ ਵਿੱਚ ਪੰਜਾਬ ਵਿੱਚ ਕੀ ਵਾਪਰਿਆ, ਜਸਵੰਤ ਸਿੰਘ ਦੀ ਸ਼ਖਸੀਅਤ ਦੀ ਘਾੜਤ ਕਿਸ ਤਰ੍ਹਾਂ ਹੋਈ ਅਤੇ ਪੰਜਾਬ ਦਾ 20ਵੀਂ ਸਦੀ ਦਾ ਕੀ ਇਤਿਹਾਸ ਹੈ, ਜਿਹੜਾ ਕਿ ਗਦਰ ਤੋਂ ਲੈ ਕੇ ਪੰਜਾਬ ਦੀ ਵੰਡ ਤੋਂ ਲੈ ਕੇ ਕੌਮਾਗਾਤਾ ਮਾਰੂ ਦਾ ਇਤਿਹਾਸ ਉਹਦੇ ਵਿੱਚ ਹੈ। ਉਹਦੇ ਵਿੱਚ 1966 ਦੀ ਪੰਜਾਬ ਦੀ ਫਿਰ ਤੋਂ ਵੰਡ ਹੈ। ਉਹਦੇ ਵਿੱਚ 1975 ਦੀ ਐਮਰਜੈਂਸੀ, 78 ਦਾ ਖੂਨੀ ਸਾਕਾ, ਧਰਮ ਯੁੱਧ ਮੋਰਚਾ, ਸਿੱਖ ਸੰਘਰਸ਼, ਅਨੰਦਪੁਰ ਸਾਹਿਬ ਦਾ ਮਤਾ ਅਤੇ ਉਹਦੇ ਵਿੱਚ 1984 ਦਾ ਘੱਲੂਘਾਰਾ, ਜੂਨ ਦਾ ਘੱਲੂਘਾਰਾ ਅਤੇ ਨਵੰਬਰ ਦੀ ਕਤਲੋਗਾਰਤ। ਇਹ ਸਾਰਾ ਕੁਝ ਪਿੱਠ ਭੂਮੀ ਵਿੱਚ ਚੱਲ ਰਿਹਾ ਹੈ ਅਤੇ ਉਹ ਜਸਵੰਤ ਸਿੰਘ ਦੇ ਜੀਵਨ ਨੂੰ ਕਿਸ ਤਰ੍ਹਾਂ ਉਹਦੀ ਸ਼ਖਸੀਅਤ ਨੂੰ ਘੜ ਰਿਹਾ ਹੈ, ਉਹ ਕਿਸ ਤਰ੍ਹਾਂ ਉਹ ਬਚਪਨ ਤੋਂ ਮਰਜੀਵੜੇ ਤੱਕ ਦਾ ਸਫ਼ਰ ਤੈਅ ਕਰਦਾ ਹੈ, ਇੱਕ ਕਹਾਣੀ ਦੇ ਰੂਪ ਵਿੱਚ ਸਚਿੱਤਰ ਕਰਕੇ ਸੋਹਣੇ ਕਲਾਤਮਕ ਰੂਪ ਦੇ ਨਾਲ ਬੱਚਿਆਂ ਦੇ ਅੱਗੇ ਪੇਸ਼ ਕੀਤਾ ਹੈ। ਨਾ ਵਾਰਿਸ ਕਹਿ ਕੇ ਸਾੜੀਆਂ ਲਾਸ਼ਾਂ ਦਾ ਉਹ ਵਾਰਿਸ ਬਣ ਕੇ ਆਇਆ। ਹੋਈ ਹਾਕਮਾਂ ਨੂੰ ਤਕਲੀਫ ਬੜੀ, ਉਹਨੂੰ ਰੋਕਣ ਦੀ ਤਜਵੀਜ਼ ਕਰੀ। ਉਹ ਵੀ ਇਹ ਸੱਚ ਜਾਣਦਾ ਕਿ ਰਾਹਾਂ ਵਿੱਚ ਹੈ ਮੌਤ ਖੜੀ। ਹੱਸ ਹੱਸ ਕੇ ਮੌਤ ਵਿਆਹ ਲਿੱਤੀ, ਔਰ ਤਾਂ ਵੀ ਨਾ ਘਬਰਾਇਆ। ਨਾ ਵਾਰਿਸ ਕਹਿ ਕੇ ਸਾੜੀਆਂ ਲਾਸ਼ਾਂ ਦਾ ਉਹ ਵਾਰਿਸ ਬਣ ਕੇ ਆਇਆ। ਅਸੀਂ ਹਾਲੇ ਵੀ ਆਪਣੇ ਹਾਕਮਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਤੇ ਸਾਨੂੰ ਮਿਟਾਉਣ ਵਾਲੇ ਮਿਟ ਜਾਣਗੇ, ਪਰ ਇਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਹੋਇਆ ਖਾਲਸਾ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ੀ ਹੋਈ ਸਾਨੂੰ ਸਾਡਾ ਮੂਲ ਮੰਤਰ ਤੋਂ ਸ਼ੁਰੂ ਤੋਂ ਲੈ ਕੇ ਆਦ ਤੱਕ ਗੁਰੂ ਗ੍ਰੰਥ ਸਾਹਿਬ ਹਮੇਸ਼ਾ ਹੀ ਇਹ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਰਹਿਣਗੇ ਤੇ ਕਰਦੇ ਵੀ ਹੈ। ਹਮੇਸ਼ਾ ਹਿਊਮਨ ਰਾਈਟਸ ਲਈ ਕਿਸੇ ਨਾਲ ਵੀ ਧੱਕਾ ਹੁੰਦਾ ਹੈ, ਆਪਣੇ ਤੇ ਜ਼ੁਲਮ ਸਹਿਣਾ ਨਹੀਂ, ਹੋਣ ਨਹੀਂ ਦੇਣਾ, ਤੇ ਦੂਸਰੇ ਤੇ ਹੋ ਰਿਹਾ ਉਹਦੇ ਲਈ ਹਮੇਸ਼ਾ ਨਾਲ ਖੜਨਾ, ਇਹ ਇੱਕ ਸਿੱਖ ਦਾ ਹੀ ਪਰਿਭਾਸ਼ਾ ਹੈ। ਸੋ ਧੰਨਵਾਦ ਕਰਦੇ ਹਾਂ ਜਿੱਥੇ ਭੈਣ ਜੀ ਹੁਣਾਂ ਦਾ, ਉੱਥੇ ਨਾਲ ਦੀ ਨਾਲ ਮੈਂ ਆਪਣੀ ਛੋਟੀ ਜਿਹੀ ਬੇਟੀ ਲਿਵ ਕੌਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੁੱਚੀਆਂ ਸੰਗਤਾਂ ਦੇ ਵੱਲੋਂ। ਤੇ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਸਾਡੇ ਕੋਲ ਕੋਈ ਖਬਰ ਭੇਜਣਾ ਚਾਹੁੰਦੇ ਹੋ ਜਾਂ ਕਿਸੇ ਕਿਸਮ ਦੀ ਵੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਬਹੁਤ ਹੀ ਸੌਖਾ ਤਰੀਕਾ ਹੈ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ info@cktimetv.com। ਤਾਂ ਫਿਲਹਾਲ ਮੈਨੂੰ ਯਾਨੀ ਬਲਵਿੰਦਰ ਸਿੰਘ ਗਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।